ਗੁਰੂ ਨਾਨਕ ਦੇਵ ਜੀ ਜਦ 3 ਦਿਨਾਂ ਦੀ ਪੈਦਲ ਯਾਤਰਾ ਤੋਂ ਬਾਅਦ ਬੈਤੁਲ ਮੁਕੱਦਸਾ ਤੋਂ ਖਾਨਾ ਕਾਬਾ ਪਹੁੰਚੇ, ਜੋ ਕਿ ਮੱਕੇ ਸ਼ਹਿਰ ਤੋਂ ਇੱਕ ਪਾਸੇ ਹੈ। ਸੁੰਨੇ ਪਏ ਖਾਨਾ ਕਾਬਾ ਦੀਆਂ ਪਰਿਕਰਮਾ ਬਾਬਾ ਜੀ ਨੇ ਬੜੇ ਗੌਰ ਨਾਲ ਕੀਤੀਆਂ ਅਤੇ ਸੁੰਨੀ ਜਮਾਤ ਦੇ ਮੁਸੱਲੇ ਪਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਭਾਈ ਮਰਦਾਨੇ ਨੂੰ ਬਚਨ ਵੀ ਕਰ ਦਿੱਤਾ, ਭਾਈ ਕੀਰਤਨ ਨਹੀਂ ਬੰਦ ਕਰਨਾ। ਇਸ ਤੋਂ ਬਾਅਦ ਆਪ ਦੋਵੇਂ ਪੈਰ ਖਾਨਾ ਕਾਬਾ ਦੀ 4 ਦੀਵਾਰੀ ਨਾਲ ਲਾ ਦਿੱਤੇ ਅਤੇ ਸਿਰ ਦੂਜੇ ਪਾਸੇ ਕਰਕੇ ਸੌਂ ਗਏ। ਅਸੀਂ ਸਾਰੇ ਯਾਨੀ ਲੇਖਕ ਤਾਜੁਦੀਨ ਹੈਰਾਨ ਸੀ ਕਿ ਜੇ ਬਾਬਾ ਜੀ ਨੇ ਸੌਣਾ ਹੀ ਸੀ ਤਾਂ ਸਾਨੂੰ ਵੀ ਹੁਕਮ ਕਰ ਦਿੰਦੇ, ਪਰ ਇਹ ਸੌਣਾ ਕਿਸ ਤਰ੍ਹਾਂ ਦਾ ਸੀ, ਇਸ ਦਾ ਭੇਦ ਬਾਅਦ ਵਿੱਚ ਖੁੱਲਿਆ। ਰਾਤ ਦੇ ਤੀਜੇ ਪਹਿਰ ਦੇ ਗੁਜ਼ਰ ਜਾਣ ਨਾਲ ਸ਼ਹਿਰ ਚੋਂ ਇੱਕ ਮੁਜਾਵਰ ਜਿਹਦੇ ਹੱਥ ਝਾੜੂ ਸੀ, ਆਉਂਦੇ ਹੀ ਕਾਬਾ ਦੀਆਂ ਪਰਿਕਰਮਾ ਵਿੱਚ ਝਾੜੂ ਫੇਰਨ ਲੱਗ ਪਿਆ। ਆਪਣੀ ਧੁਨ ਵਿੱਚ ਕਲਮਾ ਪੜ੍ਹਦਾ, ਬੌਕਰ ਮਾਰਦਾ ਖੁਦਾ ਦੇ ਘਰ ਦੀ ਸੇਵਾ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਨਿਗਾਹ ਐਸੇ ਬੰਦੇ ਉੱਤੇ ਜਾ ਪਈ ਜੋ ਕਾਬੇ ਦੀਆਂ ਕੰਧਾਂ ਨਾਲ ਆਪਣੀਆਂ ਲੱਤਾਂ ਲਾ ਕੇ ਸੁੱਤਾ ਪਿਆ ਹੈ। ਬਸ ਫੇਰ ਕੀ ਸੀ, ਘੋਰੜੂ ਵੱਜ ਗਿਆ। ਆਵਾਜ਼ ਆਈ, ਕੁਫਾਰੁਨਾ ਹਜ਼ ਕੁਫਰੇਹੂ ਬਿਆਜ਼ਵਨ ਅਜ਼ੀਮ, ਭਾਵ ਕਿ ਇਹ ਕਾਫਰ ਲੋਕ ਬਹੁਤ ਬੜਾ ਕੁਫਰ ਕਰ ਰਹੇ ਨੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੇਅਦਬੀ ਭਰੇ ਅੱਖਰ ਵਰਤੇ ਜੋ ਬਰਦਾਸ਼ਤ ਤੋਂ ਬਾਹਰ ਸਨ, ਕਿੰਤੂ ਹਕੀਕਤ ਵਿੱਚ ਵੇਖਿਆ ਜਾਵੇ ਤਾਂ ਉਹ ਹੱਕ-ਏ-ਬਜ਼ਾਨਵ ਸੀ। ਮੁਸਲਮਾਨ ਦੀ ਹੈਸੀਅਤ ਵਿੱਚ ਉਹ ਖੁਦਾ ਦੇ ਘਰ ਦੀ ਨਿਰਾਦਰੀ ਹੁੰਦੀ ਦੇਖ ਰਿਹਾ ਸੀ। ਜਦੋਂ ਹੱਦੋਂ ਵੱਧ ਅਗਿਆਨਤਾ ਵੱਧਦੀ ਦਿਸੀ ਤਾਂ ਕਰੁਣਾ ਨਿਧਾਨ ਗੁਰੂ ਜੀ ਉੱਠ ਕੇ ਬੈਠ ਗਏ ਅਤੇ ਬੜੇ ਪਿਆਰ ਨਾਲ ਮੁਜਾਵਿਰ ਨੂੰ ਕੋਲ ਬੁਲਾ ਕੇ ਫਰਮਾਇਆ, ਸੱਜਣ ਪੁਰਸ਼ ਜੀਓ, ਆਪ ਸਾਡੇ ਉੱਤੇ ਐਨੇ ਕਿਉਂ ਗੁੱਸੇ ਹੋ? ਸਾਥੋਂ ਕਿਹੜਾ ਗੁਨਾਹ ਹੋ ਗਿਆ ਜਿਸ ਕਰਕੇ ਕੁਫਰ ਦੇ ਫਤਵਿਆਂ ਦਾ ਭੈ ਦੇ ਰਹੇ ਹੋ? ਮੁਜਾਵਿਰ ਨੇ ਕੜਕਾ ਕੇ ਜਵਾਬ ਦਿੱਤਾ, ਹਿੰਦੀਓ, ਮਾਲੂਮ ਹੁੰਦਾ ਹੈ ਕਿ ਤੁਸੀਂ ਕਾਫਰ ਹੋ ਅਤੇ ਕਾਫਰਾਂ ਨੂੰ ਅਵਸ਼ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਖੁਦਾ ਦੇ ਘਰ ਦੀ ਨਿਰਾਦਰੀ ਕਰਕੇ ਪੁੱਛਦੇ ਹੋ ਕਿ ਕੀ ਕੀਤਾ? ਯਾਦ ਰੱਖੋ, ਜਦੋਂ ਸ਼ਹਿਰ ਦਾ ਵੱਡਾ ਕਾਜੀ ਆਵੇਗਾ ਤੈਨੂੰ ਇਹਨਾਂ ਥੰਮਾਂ ਨਾਲ ਬੰਨ੍ਹ ਕੇ ਕੋਰੜੇ ਮਾਰ-ਮਾਰ ਤੇਰੇ ਗੋਸ਼ਤ ਦੇ ਟੁਕੜੇ ਕਰੇਗਾ। ਉਦੋਂ ਤੈਨੂੰ ਸਮਝ ਆਵੇਗੀ ਕਿ ਤੂੰ ਕੀ ਕੀਤਾ ਹੈ। ਗੁਰੂ ਜੀ ਨੇ ਆਪਣੀ ਵਿਚਾਰ ਦੁਆਰਾ ਬਹੁਤ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮਲੀਨਤਾ ਦੀ ਭਿੱਜੀ ਆਤਮਾ ਪਰ ਕੋਈ ਅਸਰ ਨਾ ਹੋਇਆ। ਗੁਰੂ ਜੀ ਨੇ ਜਦ ਵੇਖਿਆ ਕਿ ਬੁੱਧੀ ਅਤ ਮਲੀਨ ਹੈ, ਜ਼ੁਬਾਨੋਂ ਜ਼ਬਾਨੀ ਇਹਦੇ ਉੱਤੇ ਕੋਈ ਅਸਰ ਨਹੀਂ ਹੋ ਸਕੇਗਾ, ਤਾਂ ਫੇਰ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਪਹਿਲਾਂ ਵਿਰਾਜੇ ਹੋਏ ਸਨ, ਪੈਰ ਕਾਬੇ ਦੀ ਕੰਧ ਨਾਲ ਲਾ ਕੇ ਸੌਂ ਗਏ। ਤਾਜੁਦੀਨ ਲਿਖਦੇ ਹਨ ਕਿ ਹੁਣ ਤਾਂ ਇਹ ਜਲ ਬਲ ਉੱਠਿਆ ਅਤੇ ਕਹਿਣ ਲੱਗਾ, ਪਹਿਲਾਂ ਤਾਂ ਤੁਸੀਂ ਨੇ ਸ਼ਾਇਦ ਇਹ ਕੰਮ ਭੁੱਲ ਭੁਲੇਖੇ ਕੀਤਾ ਹੋਵੇਗਾ, ਹੁਣ ਇਹ ਹਰਕਤ ਕੁਫਰ ਕੇਵਲ ਮੇਰਾ ਦਿਲ ਦਿਖਾਉਣ ਨੂੰ ਹੀ ਕਰ ਰਹੇ ਹੋ। ਯਾਦ ਰੱਖੋ, ਮਰਵਾ ਦਿਆਂਗਾ ਵੱਡੇ ਕਾਜੀ ਤੋਂ, ਜਾਂ ਫਿਰ ਮੁਆਫੀ ਮੰਗ ਕੇ ਤੌਬਾ ਕਬੂਲ ਕਰੋ। ਮੇਰਾ ਦੇ ਵਾਲੀ ਸਤਿਗੁਰ ਜੀ ਨੇ ਬੜੇ ਧੀਰਜ ਨਾਲ ਉੱਤਰ ਵਿੱਚ ਫਰਮਾਇਆ, ਹੇ ਰੱਬ ਦੇ ਬੰਦੇ, ਇਹ ਫੇਲ ਤੁਹਾਡੇ ਦਿਲ ਨੂੰ ਦਿਖਾਉਣ ਹਿੱਤ ਨਹੀਂ, ਬਲਕਿ ਇਸ ਵਾਸਤੇ ਕੀਤਾ ਹੈ ਕਿ ਤੇਰੇ ਤੋਂ ਗਿਆਨ ਚਾਹੁੰਦਾ ਹਾਂ। ਮਿੱਤਰਾ, ਮੇਰੀਆਂ ਲੱਤਾਂ ਫੜ ਅਤੇ ਉਸ ਪਾਸੇ ਨੂੰ ਘੁਮਾ ਦੇ ਜਿੱਧਰ ਤੈਨੂੰ ਖੁਦਾ ਨਹੀਂ ਦਿਸਦਾ। ਇਹ ਸੁਣ ਕੇ ਉਹ ਬੜਾ ਖੁਸ਼ ਹੋਇਆ ਅਤੇ ਝਾੜੂ ਰੱਖ ਦਿੱਤਾ ਅਤੇ ਹਜ਼ੂਰ ਦੇ ਕਦਮ ਮੁਬਾਰਕ ਬੜੀ ਬੇਰਹਿਮੀ ਨਾਲ ਘਸੀਟ ਕੇ ਸਿਰ ਕੰਧ ਨਾਲ ਲਾ ਦਿੱਤਾ ਤੇ ਪੈਰ ਦੂਸਰੇ ਪਾਸੇ ਕਰ ਦਿੱਤੇ ਤੇ ਅੱਲਾ ਦਾ ਸ਼ੁਕਰ। ਮੁਜਾਵਿਰ ਕ੍ਰੋਧਵਾਨ ਹੋ ਕੇ ਕਹਿਣ ਲੱਗਾ, ਇਹ ਖੁਦਾਵੰਦ ਕਰੀਮ ਦਾ ਘਰ ਹੈ, ਇੱਥੇ ਅਦਬ ਦੇ ਨਾਲ ਰਹਿਣਾ ਚਾਹੀਦਾ। ਮੁਜਾਵਿਰ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹੋਇਆ, ਝਾੜੂ ਫੜ ਲਿਆ ਤੇ ਜ਼ੋਰ-ਜ਼ੋਰ ਨਾਲ ਕਲਮਾ ਪੜ੍ਹਦਾ ਚੌ ਵਿੱਚ ਇੰਜ ਦਿਸਦਾ ਸੀ ਜਿਸ ਤਰ੍ਹਾਂ ਕੋਈ ਵੱਡੀ ਮੁਹਿੰਮ ਹੱਲ ਕਰਕੇ ਖੁਸ਼ ਹੁੰਦਾ ਹੋਵੇ। ਬੜੇ ਸ਼ੌਂਕ ਵਿੱਚ ਝਾੜੂ ਮਾਰਦਾ ਜਦ ਫੇਰ ਉਸ ਨੁੱਕਰੇ ਪੁੱਜਾ ਤਾਂ ਕੀ ਵੇਖਿਆ ਕਿ ਖਾਨਾ-ਏ-ਕਾਬੇ ਦੀ 4 ਦੀਵਾਰੀ ਹਜ਼ੂਰ ਦੇ ਚਰਨ ਕਵਲਾਂ ਨਾਲ ਲੱਗੀ ਚਰਨ ਛੋਹ ਪ੍ਰਾਪਤ ਕਰ ਰਹੀ ਹੈ। ਵੇਖਦੇ ਸਾਰ ਹੈਰਾਨ ਹੋ ਸੋਚਣ ਲੱਗ ਪਿਆ, ਇਹ ਲੋਕ ਜਾਣ ਕੇ ਤੰਗ ਕਰ ਰਹੇ ਹਨ, ਮੇਰੇ ਮਗਰੋਂ ਜਾਣ ਬੁੱਝ ਕੇ ਫੇਰ ਪੈਰ ਖਾਨਾ-ਏ-ਕਾਬੇ ਨਾਲ ਲਾ ਦਿੱਤੇ ਗਏ ਨੇ। ਜੀਵਨ ਨੇ ਦੌੜ ਕੇ ਫਿਰ ਗੁੱਸੇ ਨਾਲ ਹਜ਼ੂਰ ਦੇ ਪੈਰਾਂ ਨੂੰ ਧੂ ਕੇ ਦੂਜੇ ਪਾਸੇ ਕੀਤਾ ਅਤੇ ਫਿਰ ਝਾੜੂ ਮਾਰਨ ਲੱਗ ਪਿਆ। ਇੱਧਰ ਪ੍ਰੀਤਮ ਵਿਛੋੜਾ ਨਾ ਬਰਦਾਸ਼ਤ ਕਰਦਿਆਂ ਕਾਬਾ ਆ ਚਰਨੀ ਲੱਗਾ। ਹੁਣ ਤਾਂ ਬਹੁਤਾ ਹੀ ਦੁਖੀ ਹੋ ਕਹਿਣ ਲੱਗਾ, ਕਾਫਰੋ, ਹੁਣ ਤੁਹਾਨੂੰ ਲੱਤਾਂ ਤੋਂ ਪਕੜ ਕੇ ਸਾਹਮਣੇ ਦੀ ਖੱਡ ਵਿੱਚ ਸੁੱਟ ਕੇ ਆਵਾਂਗਾ।
ਇਹ ਅਗਿਆਨ ਭਰੇ ਸ਼ਬਦ ਸੁਣ ਕੇ ਅਸੀਂ ਸਾਰੇ ਸੋਚਣ ਲੱਗ ਪਏ ਕਿ ਇਹ ਤੁਅੱਸਬ ਦੀ ਅੱਗ ਦਾ ਸ਼ਿਕਾਰੀ ਕਿਧਰੇ ਹੋਰ ਬੇਅਦਬੀ ਨਾ ਕਰ ਬੈਠੇ। ਜਦੋਂ ਗੁੱਸੇ ਦੀ ਅੱਗ ਵਿੱਚ ਭੜਕਦੇ ਨੇ ਹਜੂਰ ਦੇ ਚਰਨਾਂ ਨੂੰ ਫੜਿਆ ਅਤੇ ਜ਼ੋਰ ਨਾਲ ਧੂਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਪ੍ਰਗਟ ਤੌਰ ਉੱਤੇ ਜਿੱਧਰ ਪੈਰ ਜਾਂਦੇ ਸੀ ਕਾਬਾ ਪਿੱਛੇ ਪਿੱਛੇ ਫਿਰਦਾ ਜੀਵਨ ਨੂੰ ਖੁਦ ਦਿਖ ਰਿਹਾ ਸੀ। ਇਹ ਰੱਬੀ ਦ੍ਰਿਸ਼ ਤੀਜੀ ਵਾਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਹੁਣ ਸਾਖਿਆਤ ਜੀਵਨ ਨੇ ਆਪਣੇ ਨੇਤਰਾਂ ਦੁਆਰਾ ਇਹ ਨਜ਼ਾਰਾ ਜਦ ਵੇਖਿਆ ਤਾਂ ਚਰਨਾਂ ਉੱਤੇ ਡਿੱਗ ਪਿਆ ਤੇ ਇਹਨਾਂ ਅੱਖਰਾਂ ਦੁਆਰਾ ਪ੍ਰਾਰਥਨਾ ਕੀਤੀ, ਐ ਅੱਲਾ ਦੇ ਬੰਦੇ, ਮੈਨੂੰ ਅੰਦਰ ਦੀ ਸ਼ਕਤੀ ਬਖਸ਼ੋ ਕਿ ਮੈਂ ਆਪ ਨੂੰ ਪਛਾਣ ਸਕਾਂ। ਗੁਰੂ ਜੀ ਉੱਠ ਬੈਠੇ ਤੇ ਬੋਲੇ, ਤੈਨੂੰ ਅੱਲਾ ਚੇਤੇ ਆਵੇ, ਅਤੇ ਫਿਰ ਆਪ ਸਮਾਧ ਲੀਨ ਹੋ ਗਏ। ਮੁਜਾਬਿਰ ਮੁੜ ਇਸ ਉਮੀਦ ਵਿੱਚ ਝੁਕਿਆ ਕਿ ਗੁਰੂ ਜੀ ਉਸ ਨੂੰ ਮੁਖਾਤਿਬ ਹੋਣਗੇ ਅਤੇ ਉਹ ਆਪਣੀਆਂ ਗਲਤੀਆਂ ਦੀ ਮੁਆਫੀ ਲਈ ਬੇਨਤੀ ਕਰੇਗਾ। ਇੱਕ ਦੋ ਵਾਰ ਉਸਨੇ ਉਪਰਾਲਾ ਕੀਤਾ ਪਰ ਗੁਰੂ ਜੀ ਸਮਾਧੀ ਲੀਨ ਹੀ ਰਹੇ। ਇੱਕ ਮੌਕਾ ਐਸਾ ਵੀ ਆਇਆ ਕਿ ਗੁਰੂ ਜੀ ਦੀ ਚੁੱਪ ਅਤੇ ਮਰਦਾਨੇ ਦੇ ਗੁਰਬਾਣੀ ਗਾਇਨ ਦੇ ਤੀਰ ਮੁਜਾਬਿਰ ਦੇ ਹਿਰਦੇ ਨੂੰ ਵਿੰਨ ਗਏ, ਜਿਸ ਕਾਰਨ ਉਹ ਉੱਠ ਖੜੋਤਾ ਅਤੇ ਸ਼ਹਿਰ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਅਸੀਂ ਫਿਕਰਮੰਦ ਹੋ ਗਏ ਕਿ ਕੀ ਬਣੇਗਾ ਜੇਕਰ ਉਸਨੇ ਜਨੂਨੀ ਹਜੂਮ ਨੂੰ ਉਕਸਾ ਕੇ ਕਿਸੇ ਮੁਫੀਤ ਨੂੰ ਲੈ ਆਂਦਾ। ਮੈਂ ਤਾਜੁਦੀਨ ਮੁਜਾਵਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹ ਜਾਮਾ ਮਸਜਿਦ ਵੱਲ ਗਿਆ ਅਤੇ ਉੱਚੇ ਲੰਮੇ ਮੁਨਾਰਿਆਂ ਉੱਪਰ ਚੜ੍ਹ ਗਿਆ ਅਤੇ ਫਿਰ ਅਰਬੀ ਵਿੱਚ ਬੋਲਣ ਲੱਗਿਆ, ਐ ਅਰਬ ਦੇ ਲੋਕੋ, ਤੁਸੀਂ ਸਦੀਆਂ ਤੋਂ ਇਸ ਗੱਲ ਦਾ ਜ਼ਿਕਰ ਕਰਦੇ ਆਏ ਹੋ ਕਿ ਕਾਬੇ ਦਾ ਸਥਾਨ ਅੱਲਾ ਦਾ ਘਰ ਹੈ। ਆਓ ਅੱਜ ਖੁਦ ਵੇਖੋ ਕਿ ਅੱਲਾ ਖੁਦ ਆਪਣੇ ਟਿਕਾਣੇ ਉੱਪਰ ਆ ਬੈਠਾ ਹੈ। ਆਓ ਉਸ ਦਾ ਦੀਦਾਰ ਕਰੋ ਅਤੇ ਆਪਣੇ ਦਿਲ ਦੇ ਅਰਮਾਨ ਪੂਰੇ ਕਰੋ। ਇਹ ਐਲਾਨ ਵੇਖਦੇ ਹੀ ਵੇਖਦੇ ਸਾਰੇ ਸ਼ਹਿਰ ਦੇ ਔਰਤ ਮਰਦ ਮਸਜਿਦ ਵਿੱਚ ਇਕੱਠੇ ਹੋ ਗਏ। ਛੇਤੀ ਕਰਕੇ ਰੁਕਨਦੀਨ ਅਮੀਰੇ ਮੱਕਾ ਦੇ ਸਰਵਉੱਚ ਕਾਜ਼ੀ ਵੀ ਹਜੂਮ ਵਿੱਚ ਆ ਪਹੁੰਚੇ। ਸੰਖੇਪ ਜਿਹੀ ਪੁੱਛ ਪੜਤਾਲ ਤੋਂ ਮੁਲਾਨਿਆਂ ਨੇ ਕੁਫਰ ਦਾ ਫਤਵਾ ਜਾਰੀ ਕਰ ਦਿੱਤਾ। ਫੈਸਲਾ ਇਹ ਹੋਇਆ ਕਿ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਕਾਬੇ ਵਿਚਲਾ ਇਹ ਵਿਅਕਤੀ ਪਵਿੱਤਰਾਂ ਵਿੱਚੋਂ ਅਤ ਪਾਕ ਆਤਮਾ ਕਿਉਂ ਨਾ ਹੋਵੇ, ਪਰ ਇੱਕ ਵਾਰੀ ਜੇਕਰ ਉਸਨੇ ਕਾਬੇ ਤੋਂ ਪਰਿਕਰਮਾ ਕਰਵਾ ਲਈਆਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸਨੇ ਕੁਫਰ ਤੋਲ ਦਿੱਤਾ ਹੈ। ਇਹ ਫਤਵਾ ਸੁਣਦੇ ਸਾਰ ਅਰਬੀਆਂ ਨੇ ਕੁਹਾੜੀਆਂ, ਛੁਰੀਆਂ ਤੇ ਡਾਂਗਾਂ ਫੜ ਲਈਆਂ ਅਤੇ ਮਾਰ ਦਿਓ, ਕਤਲ ਕਰ ਦਿਓ ਦੀ ਗੂੰਜ ਛਾ ਗਈ। ਜੀਵਨ ਨੇ ਮੁਨਾਰੇ ਤੋਂ ਹੇਠਾਂ ਆ ਕੇ ਜਦੋਂ ਅਗਿਆਨ ਦੀ ਫੈਲੀ ਅਗਨ ਵੇਖੀ ਤਾਂ ਘਬਰਾ ਉੱਠਿਆ। ਜਨਤਾ ਦੇ ਹਜੂਮ ਨੂੰ ਚੀਰਦਾ ਹੋਇਆ ਸਭ ਤੋਂ ਅੱਗੇ ਜਾਂਦੇ ਹੋਏ ਪੁਕਾਰਿਆ ਕਿ ਵੱਡੇ ਕਾਜੀ ਦਾ ਫੈਸਲਾ ਠੀਕ ਹੋਵੇਗਾ, ਪਰ ਵੇਖਿਓ ਕਿਧਰੇ ਬੇਅਦਬੀ ਨਾ ਕਰ ਬੈਠਣਾ। ਰੁਕਨਦੀਨ ਨੇ ਜਦੋਂ ਇਹ ਪਿਆਰ ਭਰੇ ਲਹਿਜੇ ਦੇ ਅੱਖਰ ਇੱਕ ਅਰਾਬੀ ਅਤੇ ਕਾਬੇ ਦੇ ਪੁਜਾਰੀ ਤੋਂ ਸੁਣੇ ਤਾਂ ਆਤਮਾ ਉੱਤੇ ਅਸਰ ਹੋ ਗਿਆ ਤੇ ਨਿਮਰਤਾ ਸਹਿਤ ਜੀਵਨ ਤੋਂ ਪੁੱਛਣ ਲੱਗਿਆ, ਕੀ ਤੂੰ ਖੁਦਾ ਦੇ ਦਰਸ਼ਨ ਇਨਸਾਨੀ ਵਜੂਦ ਵਿੱਚ ਕੀਤੇ ਨੇ? ਕੀ ਇਹਨਾਂ ਅੱਖਾਂ ਨਾਲ ਮੈਂ ਵੀ ਵੇਖ ਸਕਾਂਗਾ ਅਤੇ ਪਛਾਣ ਕਰ ਸਕਾਂਗਾ? ਜੀਵਨ ਨੇ ਵੈਰਾਗ ਦੀ ਅਵਸਥਾ ਵਿੱਚ ਅੱਖਾਂ ਭਰ ਕੇ ਕਿਹਾ, ਹਜ਼ਰਤ, ਮੈਂ ਆਪ ਨੂੰ ਖੁਦਾ ਦੇ ਜਲਾਲ ਅਤੇ ਸਿਫਤ ਬਿਆਨ ਨਹੀਂ ਕਰ ਸਕਦਾ। ਦੇਖੇ ਹੀ ਪ੍ਰਵਾਨ ਹੋਣਗੇ। ਪਿਆਰ ਲੈ ਕੇ ਜਾਓ, ਅਦਬ ਨੂੰ ਧਾਰਨ ਕਰੋ ਅਤੇ ਇਹ ਜਨਤਾ ਜੋ ਅਗਿਆਨਤਾ ਦੇ ਤੀਰ ਕਮਾਨ ਕੱਸੀ ਤਾਹੋ ਤਾਹੀ ਜਾ ਰਹੀ ਹੈ, ਇਹਨਾਂ ਨੂੰ ਨਾਲ ਨਾ ਲਿਜਾਇਓ। ਇਹ ਸੁਣਦੇ ਸਾਰ ਰੁਕਨਦੀਨ ਨੇ ਕਿਹਾ, ਮੈਂ ਵਕਤੇ ਹਾਕਮ ਹਾਂ, ਹੁਣੇ ਹੀ ਕਾਨੂੰਨ ਲਾਗੂ ਕਰਕੇ ਇਹਨਾਂ ਸਾਰਿਆਂ ਨੂੰ ਖਿੰਡ ਪੁੰਡ ਜਾਣ ਦਾ ਹੁਕਮ ਦਿੰਦਾ ਹਾਂ। ਹੇ ਬਖਤਾਂ ਵਾਲੇ ਨੇਕ ਮਰਦ ਜੀਵਨ ਜੀ, ਕੇਵਲ ਚੰਦ ਕੁ ਸਿਆਣੇ ਪੁਰਸ਼ਾਂ ਨੂੰ ਨਾਲ ਲਿਜਾ ਕੇ ਦਰਸ਼ਨ ਕਰਾਂਗਾ। ਤਾਜੁਦੀਨ ਅੱਗੇ ਲਿਖਦੇ ਨੇ ਕਿ ਕੇਵਲ 150 ਮੁਅੱਜ਼ਜ਼ ਮੱਕੇ ਦੇ ਰਈਸ ਆਪਣੇ ਹਮਰਾਹੀ ਕਰਕੇ ਕਾਜ਼ੀ ਰੁਕਨਦੀਨ ਜੀ ਕਾਬੇ ਨੂੰ ਤੁਰ ਪਏ। ਤਵਾਰੀਖ ਅਰਬ ਦੇ ਕਰਤਾ ख्वाजा ਜ਼ੈनुल ਆਬਦੀਨ ਲਿਖਦੇ ਨੇ ਕਿ ਜਦੋਂ ਰੁਕਨਦੀਨ ਤੁਰਨ ਲੱਗੇ ਤਾਂ ਸਾਥੀਆਂ ਨੇ ਸਲਾਹ ਦਿੱਤੀ ਕਿ ਐਸੇ ਫਕੀਰ ਨੂੰ ਕੋਲੂ ਵਿੱਚ ਪੀੜ ਦੇਣਾ ਚਾਹੀਦਾ ਹੈ। ਸੈयद ਇਬਨ ਵਲੀਦ ਨਾਮੀ ਕਾਜ਼ੀ ਨੇ ਸ਼ਰਾਹ ਦੀ ਵੱਡੀ ਕਿਤਾਬ ਦਾ ਹਵਾਲਾ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਸੰਗਸਾਰ ਕਰਵਾ ਦੇਣਾ ਚਾਹੀਦਾ ਹੈ। ਇੱਕ ਹੋਰ ਕਾਜ਼ੀ ਨੇ ਮਸ਼ਵਰਾ ਪੇਸ਼ ਕੀਤਾ ਕਿ ਸੰਗਸਾਰ ਕਰਕੇ ਕੁੱਤਿਆਂ ਤੋਂ ਪੜਵਾਣਾ ਹੀ ਉਚਿਤ ਹੋਵੇਗਾ। ਰੁਕਨਦੀਨ ਇਹਨਾਂ ਸਾਰਿਆਂ ਨੂੰ ਸੁਣਦੇ ਜਾ ਰਹੇ ਸੀ। ਤਾਜੁਦੀਨ ਸਯਾਹਤੋ ਬਾਬਾ ਨਾਨਕ ਵਿੱਚ ਲਿਖਦੇ ਨੇ ਕਿ ਮੈਂ ਇਸ ਸਮੇਂ ਨਾਲ ਸਾਂ ਤੇ ਇਹ ਸਾਰਾ ਸਮਾਚਾਰ ਦੇਖ ਤੇ ਸੁਣ ਰਿਹਾ ਸੀ
ਹਜੂਮ ਕਾਬੇ ਤੋਂ ਕਈ ਸੌ ਕੁ ਕਦਮ ਦੀ ਵਿੱਚ ਸੀ ਕਿ ਸਾਰੇ ਹਜੂਮ ਨੇ ਖਲੋ ਕੇ ਇੱਕ ਮਸ਼ਵਰਾ ਕੀਤਾ। ਜਦੋਂ ਤੁਰਨ ਲੱਗੇ ਤਾਂ ਕੇਵਲ ਕਾਜ਼ੀ ਰੁਕਨਦੀਨ ਹੀ ਅੱਗੇ ਵੱਧਦੇ ਦਿਸੇ, ਬਾਕੀ ਸਾਰਾ ਜਥਾ ਅੱਗੇ ਨਾ ਵੱਧ ਸਕਿਆ। ਮਾਨੋ ਧਰਤੀ ਨੇ ਇਹਨਾਂ ਦੇ ਪੈਰ ਪਕੜ ਲਏ ਸਨ। ਜਨਮ ਸਾਖੀ ਬਾਲੇ ਵਾਲੀ ਵਿੱਚ ਤਾਂ ਸਪਸ਼ਟ ਲਿਖਿਆ ਹੈ ਕਿ ਧਰਤੀ ਨੇ ਇਸ ਕਾਫਲੇ ਦੇ ਪੈਰ ਪਕੜ ਲਏ ਸਨ ਤਾਂ ਜੋ ਬੇਅਦਬੀ ਲਈ ਅੱਗੇ ਨਾ ਵੱਧ ਸਕਣ, ਅਤੇ ਰੁਕਨਦੀਨ ਹੀ ਅੱਗੇ ਪੁੱਜੇ ਸੀ। ਇਸ ਤੋਂ ਬਾਅਦ ਕਾਜ਼ੀ ਰੁਕਨਦੀਨ ਕਾਬੇ ਵਿੱਚ ਜਾ ਕੇ ਬਾਬੇ ਨਾਨਕ ਨੂੰ ਮਿਲੇ ਅਤੇ ਉਹਨਾਂ ਦੇ ਹੋ ਕੇ ਰਹਿ ਗਏ। ਇਸ ਬਾਰੇ ਸੰਖੇਪ ਵਿੱਚ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਦੱਸਿਆ ਹੈ। ਇਹ ਸੀ ਉਹ ਸਾਖੀ ਜੋ ਕਾਜ਼ੀ ਤਾਜੁਦੀਨ ਨੇ ਆਪਣੀ ਅੱਖੀਂ ਦੇਖ ਕੇ ਫਿਰ ਲਿਖੀ ਹੈ ਕਿ ਕਿਵੇਂ ਮੱਕਾ ਫਿਰ ਗਿਆ ਸੀ।